ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਤੇ ਤੁਹਾਡੇ ਨਾਲ ਗੁਰਪ੍ਰੀਤ ਸਿੰਘ ਚੱਠਾ। ਚਰਚਾ ਕਰਾਂਗੇ ਹੁਣ ਤੱਕ ਦੀਆਂ ਮੁੱਖ ਵੱਡੀਆਂ ਤੇ ਸਿਆਸੀ ਖਬਰਾਂ ਨੂੰ ਲੈ ਕੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਾਂਗਰਸ ਦੇ ਸੀਐਮ ਚਿਹਰੇ ਨੂੰ ਲੈ ਕੇ, ਜਿੱਥੇ ਨਵਜੋਤ ਕੌਰ ਸਿੱਧੂ ਦੇ ਵੱਲੋਂ ਚੰਨੀ ਤੇ ਵੱਡੇ ਦੋਸ਼ ਲਾਏ ਗਏ, ਵੱਡੇ ਹਮਲੇ ਬੋਲੇ ਗਏ। ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਵੀ ਕਾਂਗਰਸ सरकार ਨੂੰ घेरते नजर आ रहे हैं। उन्होंने ਵੱਲੋਂ एक ਵੱਡਾ ਬਿਆਨ ਦਿੱਤਾ ਗਿਆ ਇਸ ਨੂੰ ਲੈ ਕੇ ਤੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਵੱਡਾ ਦਾਅਵਾ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੀ ਦਾਅਵਾ ਕੀਤਾ ਗਿਆ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਉਧਰ ਹੀ ਸਿਮਰਜੀਤ ਬੈਂਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ। ਉਸ ਖਬਰ ਦੇ ਵਿੱਚ ਵੀ ਇੱਕ ਵੱਡਾ ਅਪਡੇਟ ਆਇਆ ਹੈ, ਉਹਦੇ ਬਾਰੇ ਵੀ ਤੁਹਾਨੂੰ ਜਾਣੂ ਕਰਵਾਵਾਂਗੇ। ਨਾਲ ਹੀ ਗੱਲ ਕਰਾਂਗੇ ਭਗਵੰਤ ਮਾਨ ਦੀ 22 ਦੀਆਂ ਚੋਣਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੀ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ। ਕੀ ਖੁਲਾਸਾ ਕੀਤਾ ਹੈ ਭਗਵੰਤ ਮਾਨ ने, उस पर भी चर्चा करांगे। ते नाल ही गल करांगे मुतवाजी जथेदार दे वल्लों कांग्रेस के 2 मंत्री ते 3 विधायकों नूं वड्डा झटका दिता गया है। किहड़ा झटका है उस दी भी गल करांगे। ते नाल ही गल करांगे राम रहीम दी मामले नूं लै के, उस मामले दे विच अकाली दल दे वड्डे लीडर दा एक ਵੱਡਾ ਬਿਆਨ ਸਾਹਮਣੇ ਆਇਆ, ਉਸ ਤੇ ਵੀ ਚਰਚਾ ਕਰਾਂਗੇ। ਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਨੇ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਪ੍ਰੋਗਰਾਮ 'ਚ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਗੁਰਪ੍ਰੀਤ ਜੀ। ਡਾਕਟਰ ਸਾਹਿਬ, ਜਦੋਂ ਕਾਂਗਰਸ ਪਾਰਟੀ ਦੇ ਵੱਲੋਂ ਚਰਨਜੀਤ ਚੰਨੀ ਨੂੰ ਸੀਐਮ ਦਾ ਚਿਹਰਾ ਐਲਾਨ ਦਿੱਤਾ ਗਿਆ, ਉਸ ਤੋਂ ਬਾਅਦ ਕਾਫੀ ਮਾਹੌਲ ਜਿਹੜਾ ਸ਼ਾਂਤ ਰਿਹਾ ਕੁਝ ਦਿਨ ਤਾਂ ਉਸ ਤੋਂ ਬਾਅਦ ਨਵਜੋਤ ਕੌਰ ਸਿੱਧੂ ਦੀ ਗੱਲ ਕੀਤੀ ਜਾਵੇ, ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਬਿਆਨ ਇੱਕ ਤਰ੍ਹਾਂ ਦੇ ਸਾਹਮਣੇ ਆ ਰਹੇ ਨੇ ਕਿ ਚਰਨਜੀਤ ਚੰਨੀ ਨੇ ਜਿਹੜੇ ਉਹ ਸਾਡੇ ਤੋਂ ਗਰੀਬ ਨਹੀਂ ਹੈਗਾ, ਤਾਂ ਇਸ ਤਰ੍ਹਾਂ ਦੇ ਬਿਆਨ ਸਾਹਮਣੇ ਆਉਣਾ। ਤੇ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਹੁਣ ਹਮਲਾ ਬੋਲਿਆ ਚਰਨਜੀਤ ਚੰਨੀ ਦੇ ਉੱਤੇ। ਤਾਂ ਕਿਵੇਂ ਦੇਖਦੇ ਹੋ तमाम ਮਾਮਲੇ ਨੂੰ? ਕੀ ਹਾਲਾਤ ਰਹਿ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਅੰਦਰ? जी गुरप्रीत जी, देखो जिथों तक चन्नी साहब का मामला है, और चन्नी साहब आपां सारे जानते हैं कि अज की राजनीति दे विच जिहड़ी अजोकी राजनीति है ਉਹਦੇ ਵਿੱਚ गरीब बंदा तां सरपंच भी जित नहीं सकता, ये सारे जानते हैं। पंच तक नहीं जित सकता। तुसीं छोटी तो छोटी चोण भी लड़नी है, तुहानूं करोड़ां रुपया खर्चना पैंदा है। और इस करके तुसीं लगातार जे विधान सभा दीआं चोणां लड़नियां ने, जितनियां ने, मंत्री बणिओ, ਤਾਂ ਇਹਦਾ ਮਤਲਬ ਹੈ ਤੁਹਾਡੇ ਕੋਲੇ ਅਰਬਾਂ ਰੁਪਈਆ ਹੋਣਾ ਚਾਹੀਦਾ ਹੈ। ਔਰ ਇਹੀ ਆਪਾਂ ਸਾਰੇ ਜਾਣਦੇ ਆ ਕਿ ਚਾਹੇ ਦਲਿਤ ਨੂੰ ਲੈ ਕੇ ਆਪਾਂ ਸਾਰੇ ਜਾਣਦੇ ਆ ਕਿ ਗਰੀਬ ਇੱਕ ਇਨਸਾਨ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਚੰਨੀ ਸਾਹਿਬ ਨੂੰ। ਰਾਹੁਲ ਗਾਂਧੀ ਜੀ ਦੇ ਰਾਹੀਂ ਪਹਿਲਾਂ ਵੀ ਕੀਤਾ ਗਿਆ, ਔਰ ਇਸ ਵਾਰੀ ਵੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਜਾਂ ਰੈਲੀ ਦੇ ਵਿੱਚ ਉਹਨਾਂ ਨੇ ਲਗਾਤਾਰ ਬਿਆਨ ਦਿੱਤੇ ਨੇ, ਉਹ ਇਹੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਗਰੀਬ ਚਿਹਰਾ ਨੇ ਚੰਨੀ ਸਾਹਿਬ। पर हकीकत कुछ होर नज़र आ रही है। आपां सारे जानते हैं कि जेकर गरीब हुंदे तां करोड़ां रुपया जिहड़ा इन्हां दे रिश्तेदारां कोलों फड़िया है। पहली गल तां इन्हां दे रिश्तेदार कोई गरीब नहीं हैगे, और करोड़ां रुपया फिर कित्थों आ गया वो जेकर गरीब ने। तां इहदा मतलब है कि अरबांपति जिहड़े लोक ने ये बेशक उत्तों ये जरूर इदां दे कपड़े पा के इदां दी लोई लैके दिखाउण दी कोशिश करदे ने कि असीं तां गरीब हाँ, असीं तां तुहाडे वर्गे हाँ। पर जदों इन्हां दे तुसीं खाते देखोगे, इन्हां दे ताम झाम देखोगे, इन्हां दियां जिहड़ियां ने जमीनां जायदादां देखोगे, और इन्हां कोले सोना देखोगे, यानी कि यह किसी भी नज़र तो गरीब नज़र नहीं आउंदे। किसी भी आपां कह सकदे हां कि पक्ष तो आपां सारे जानदे हां कि अरबांपति जिहड़े ये लोक हुंदे ने, पर दिखाउंदे इह ने कि असीं तां जी दलित हां, असीं गरीब हां, और सानूं वोटां पा दिओ। सो कहण दा मतलब है कि जिहड़ी गल नवजोत सिंह सिद्धू कह रहे ने, जिहड़ी गल नवजोत कौर सिद्धू कह रहे ने, जिहड़ी गल भगवंत मान कह रहे ने, और इत्थों तक कि जिहड़ी गल कैप्टन अमरिंदर सिंह भी कह रहे ने कि ये जिहड़े ने किसी भी पक्ष तो गरीब नहीं हैगे चन्नी साहब। और चन्नी साहब दी जायदाद जदों असीं सारे देखदे हां, और एक पासे सारे आपां जाणदे हां कि नवजोत सिंह सिद्धू ਦੇ ਕੋਲ ਜਿਹੜੀ ਜਾਇਦਾਦ ਆਉਂਦੀ ਸੀ, ਜਿਹੜੇ ਪੈਸੇ ਆਉਂਦੇ ਸੀਗੇ, ਜਿਹੜੀ ਜਾਇਦਾਦ ਉਹਨਾਂ ਨੇ ਬਣਾਉਣੀ ਸੀਗੀ, ਉਹ ਕਿੱਥੋਂ ਬਣਾਉਣੀ ਸੀ? ਆਪਣੇ ਜਿਹੜਾ ਮਨੋਰੰਜਨ ਦਾ ਜਿਹੜਾ ਫੀਲਡ ਆ ਉਹਨਾਂ ਦਾ। ਔਰ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਲੰਮੇ ਸਮੇਂ ਤੋਂ ਉਹ ਜਿਹੜੇ ਨੇ ਵੱਖ-ਵੱਖ ਚੈਨਲਾਂ ਦੇ ਉੱਤੇ ਉਹਨਾਂ ਨੇ ਪੈਸੇ ਕਮਾਏ ਨੇ। ਪਰ ਉਹ ਪੈਸੇ ਜਦੋਂ ਤੋਂ ਉਹ ਰਾਜਨੀਤੀ ਦੇ ਵਿੱਚ ਆਏ ਨੇ ਉਹ ਸਾਰੇ ਖਤਮ ਹੋ ਗਏ ਨੇ। ਔਰ ਆਪ ਕਹਿ ਰਹੇ ਨੇ ਇਸ ਵੇਲੇ ਉਹਨਾਂ ਦੀ 50,000 ਤੋਂ ਲੈ ਕੇ 60,000 प्रति महीना आमदन रह गई है। और वो किहड़ी आमदन रह गई है? जिहड़े माड़ियां मोटियां दुकानां उन्हां दे किराए ते दित्तियां होईयां सीगीयां, शोरूम किराए ते दित्ते सी, ओहदी आमदन जिहड़ी हैगी है
ਉਹਨਾਂ ਕੋਲੇ ਆ ਰਹੀ ਆ ਉਹਦੇ ਉੱਤੇ ਗੁਜ਼ਾਰਾ ਕਰ ਰਹੇ ਨੇ। ਸੋ ਇੱਕ ਪਾਸੇ ਤਾਂ ਲਗਾਤਾਰ ਇਦਾਂ ਦੇ ਲੀਡਰਾਂ ਦੀ ਜਿਹੜੀ ਆਮਦਨ ਹੈ ਉਹ ਘਟ ਰਹੀ ਹੈ, ਆਪਾਂ ਸਾਰੇ ਦੇਖਿਆ ਹੈ। ਇਸੇ ਤਰ੍ਹਾਂ ਭਗਵੰਤ ਮਾਨ ਲਗਾਤਾਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੇਰੀ ਜਾਇਦਾਦ ਜਿਹੜੀ ਹੈਗੀ ਆ 12 ਦੇ ਵਿੱਚ ਬਹੁਤ ਜ਼ਿਆਦਾ ਸੀ, ਫਿਰ ਉਸ ਤੋਂ ਘਟ ਕੇ 17 ਦੇ ਵਿੱਚ ਘਟ ਗਈ, ਫਿਰ 19 ਦੇ ਵਿੱਚ ਘਟ ਗਈ ਔਰ ਹੁਣ 22 ਦੇ ਵਿੱਚ ਹੋਰ ਘਟ ਗਈ। ਯਾਨੀ ਕਿ ਅੱਜ ਵੀ ਉਹ ਦੱਸ ਰਹੇ ਨੇ ਕਿ ਮੈਂ ਕਿਰਾਏ ਤੇ ਰਹਿਣਾ। ਸੋ ਇੱਕ ਪਾਸੇ ਤਾਂ ਉਹ ਕਹਿੰਦੇ ਨੇ ਕਿ ਸਾਡੇ ਵਰਗੇ ਜਿਹੜੇ ਨੇ ਇਦਾਂ ਦੇ ਵਿਧਾਇਕ ਨੇ ਜਾਂ ਇਦਾਂ ਦੇ ਲੀਡਰ ਨੇ, ਇੱਕ ਪਾਸੇ ਕਿੱਦਾਂ ਦੇ ਨੇ ਚੰਨੀ ਸਾਹਿਬ ਵਰਗੇ ਜਿਹੜੇ ਨੇ ਦਿਖਾਉਣ ਦੀ ਕੋਸ਼ਿਸ਼ ਇਹ ਕਰ ਰਹੇ ਨੇ ਕਿ ਅਸੀਂ ਗਰੀਬ ਆ, ਪਰ ਅੰਦਰੋਂ ਜਿਹੜੇ ਨੇ ਆਪਾਂ ਸਾਰੇ ਜਾਣਦੇ ਹਾਂ ਕਿ ਜਿੱਦਾਂ ਦੇ ਉਹਨਾਂ ਨੇ ਪੈਸੇ ਕਮਾਏ ਨੇ ਔਰ ਜਿੰਨੇ ਪੈਸੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਕਮਾ ਕੇ ਉਹਨਾਂ ਨੇ ਦਿੱਤੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਕਿਸੇ ਵੀ ਪੱਖ ਤੋਂ ਚੰਨੀ ਸਾਹਿਬ ਗਰੀਬ ਨਹੀਂ ਦਿਖਾਈ ਦੇ ਰਹੇ, ਦਲਿਤ ਨਹੀਂ ਦਿਖਾਈ ਦੇ ਰਹੇ। ਉਹ ਇੱਕ ਅਮੀਰ ਨੇ ਔਰ ਅਮੀਰ ਹੋਣ ਦੇ ਨਾਤੇ ਉਹ ਪੈਸਾ ਜਿਹੜੇ ਨੇ ਉਹ ਵੋਟਾਂ ਦੇ ਵਿੱਚ ਖਰਚਦੇ ਨੇ। ਉਸੇ ਤਰ੍ਹਾਂ ਪੈਸਾ ਖਰਚਦੇ ਨੇ ਜਿਵੇਂ ਅਮੀਰ ਲੋਕ ਖਰਚਦੇ ਨੇ, ਉਸੇ ਤਰ੍ਹਾਂ ਰਹਿੰਦੇ ਨੇ ਜਿਵੇਂ ਅਮੀਰ ਲੋਕ ਰਹਿੰਦੇ ਨੇ, ਉਸੇ ਤਰ੍ਹਾਂ ਉਹਨਾਂ ਕੋਲੇ ਕੋਠੀਆਂ ਨੇ, ਉਸੇ ਤਰ੍ਹਾਂ ਵੱਡੀਆਂ ਕਾਰਾਂ ਨੇ, ਉਸੇ ਤਰ੍ਹਾਂ ਦਾ ਸਾਰਾ ਤਾਮ-ਝਾਮ ਹੈ ਉਹਨਾਂ ਦਾ। ਸੋ ਕਿਸੇ ਵੀ ਪੱਖ ਤੋਂ ਆਪਾਂ ਨਹੀਂ ਕਹਿ ਸਕਦੇ ਕਿ ਚੰਨੀ ਸਾਹਿਬ ਉਹਨਾਂ ਦੇ ਉੱਤੇ ਗਰੀਬੀ ਛਾਈ ਹੋਈ ਹੈ ਜਾਂ ਗਰੀਬ ਇਨਸਾਨ ਲੱਗਦੇ ਨੇ। ਉਹ ਬਿਆਨ ਸਾਹਮਣੇ ਆ ਰਹੇ ਨੇ ਨਵਜੋਤ ਕੌਰ ਸਿੱਧੂ ਦੇ ਜਾਂ ਨਵਜੋਤ ਸਿੰਘ ਸਿੱਧੂ ਦੇ, ਤਾਂ ਕੀ ਲੱਗਦਾ ਹੈ ਕਿ ਬਗਾਵਤੀ ਸੁਰਾਂ ਸ਼ੁਰੂ ਹੋ ਗਈਆਂ ਨੇ ਪਾਰਟੀ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਧਮਾਕਾ ਕਰ ਸਕਦੇ ਨੇ ਨਵਜੋਤ ਸਿੰਘ ਸਿੱਧੂ? ਕੀ ਲੱਗ ਰਿਹਾ? ਬਿਲਕੁਲ, ਦੇਖੋ ਜਿੱਥੋਂ ਤੱਕ ਅਸੀਂ ਨਵਜੋਤ ਕੌਰ ਸਿੱਧੂ ਜਾਂ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਨੂੰ ਵੇਖਦੇ ਹਾਂ ਤਾਂ ਲਾਜ਼ਮੀ ਤੌਰ ਤੇ ਇੱਕ ਗੁੱਸਾ ਉਹਨਾਂ ਦੇ ਮਨ ਦੇ ਵਿੱਚ ਜ਼ਰੂਰ ਦਿਖਾਈ ਦੇ ਰਿਹਾ ਹੈ ਔਰ ਇੱਕ ਉਦਾਸੀ ਜ਼ਰੂਰ ਦਿਖਾਈ ਦੇ ਰਹੀ ਹੈ, ਕਿਉਂਕਿ ਜਿੱਦਾਂ ਦੇ ਤਨਦੇਹੀ ਦੇ ਨਾਲ ਉਹਨਾਂ ਨੇ ਸਾਰਾ ਪੰਜਾਬ ਮਾਡਲ ਤਿਆਰ ਕੀਤਾ ਸੀਗਾ ਔਰ ਲਗਭਗ 4.5 ਸਾਲਾਂ ਤੋਂ ਆਪਾਂ ਸਾਰੇ ਜਾਣਦੇ ਹਾਂ ਕਿ ਲਗਾਤਾਰ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਖਿਲਾਫ ਇੱਕ ਜਿਹੜੀ ਹੈਗੀ ਬਗਾਵਤੀ ਸੁਰਾਂ ਕਾਇਮ ਕੀਤੀਆਂ ਸੀਗੀਆਂ ਔਰ ਉਹਨਾਂ ਸੁਰਾਂ ਦਾ ਨਤੀਜਾ ਇਹ ਨਿਕਲਿਆ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਕੁਰਸੀ ਤੋਂ ਹੱਥ ਧੋਣੇ ਪਏ ਸੀਗੇ ਔਰ ਉਹਦੀ ਪਿੱਛੇ ਜਿਹੜੀ ਸਾਰੀ ਮਿਹਨਤ ਸੀਗੀ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੀਤੀ ਸੀਗੀ। ਆਪਾਂ ਸਾਰੇ ਜਾਣਦੇ ਹਾਂ, ਉਸ ਇਤਿਹਾਸ ਦੇ ਵਿੱਚ ਮੈਂ ਇਸ ਵੇਲੇ ਨਹੀਂ ਜਾਣਾ ਚਾਹਾਂਗਾ, ਪਰ ਜਦੋਂ ਅਸੀਂ ਪਿਛਲੇ ਜਿਹੜੇ ਬਿਆਨ ਨੇ ਪਿਛਲੇ ਉਹ ਦੇਖਦੇ ਹਾਂ ਨਵਜੋਤ ਕੌਰ ਸਿੱਧੂ ਦੇ, ਨਵਜੋਤ ਸਿੰਘ ਸਿੱਧੂ ਹੋਰਾਂ ਦੇ, ਤਾਂ ਉੱਥੋਂ ਇਹੀ ਲੱਗਦਾ ਹੈ ਕਿ ਕਿਸੇ ਵੇਲੇ ਵੀ ਉਹ ਵੱਡਾ ਡਿਸੀਜਨ ਲੈ ਸਕਦੇ ਨੇ ਜਾਂ ਘੱਟੋ ਘੱਟ ਉਹ ਆਪਣੀ ਪ੍ਰਧਾਨਗੀ ਜਿਹੜੀ ਉਹਨਾਂ ਨੂੰ ਮਿਲੀ ਹੋਈ ਹੈ, ਜੇਕਰ ਉਹਨਾਂ ਦੇ ਮੁਤਾਬਕ ਨਹੀਂ ਚੱਲਿਆ ਜਾਂਦਾ, ਜੇਕਰ ਪੰਜਾਬ ਮਾਡਲ ਉਹਨਾਂ ਨੂੰ ਲੱਗੂਗਾ ਕਿ ਇਹ ਲਾਗੂ ਨਹੀਂ ਹੋਏਗਾ, ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਵੱਡਾ ਸਟੈਪ ਪਹਿਲਾਂ ਵੀ ਉਹਨਾਂ ਨੇ ਲਿਆ ਸੀਗਾ, ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀਗਾ ਜਦੋਂ ਉਹਨਾਂ ਦੀਆਂ ਗੱਲਾਂ ਨਹੀਂ ਸੀ ਮੰਨੀਆਂ ਗਈਆਂ, ਜਦੋਂ ਏਜੀ ਨੂੰ ਉਹਨਾਂ ਨੇ ਜੋ ਸੋਚਿਆ ਸੀਗਾ ਉਸ ਕਿਸਮ ਦੀਆਂ ਨਿਯੁਕਤੀਆਂ ਨਹੀਂ ਸੀ ਹੋਈਆਂ, ਚਾਹੇ ਏਜੀ ਸਾਹਿਬ ਬਾਰੇ ਚਾਹੇ ਡੀਜੀਪੀ ਸਾਹਿਬ ਬਾਰੇ, ਤਾਂ ਉਹਨਾਂ ਨੇ ਅਸਤੀਫਾ ਉਸ ਵੇਲੇ ਵੀ ਦਿੱਤਾ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਕਿਸੇ ਵੇਲੇ ਵੀ ਨਵਜੋਤ ਸਿੰਘ ਸਿੱਧੂ ਵੱਡਾ ਸਟੈਪ ਲੈ ਸਕਦੇ ਨੇ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਇਹ ਵੀ ਗੱਲ ਕਿ ਨਵਜੋਤ ਸਿੰਘ ਸਿੱਧੂ ਲਈ ਜਿਹੜੇ ਅਹੁਦੇਦਾਰੀਆਂ ਨੇ, ਇਦਾਂ ਦੀਆਂ ਜਿਹੜੀਆਂ ਪਦਵੀਆਂ ਨੇ ਕੋਈ ਮਾਇਨੇ ਨਹੀਂ ਰੱਖਦੀਆਂ, ਕੋਈ ਉਹਨਾਂ ਦੇ ਲਈ ਮੀਨਿੰਗ ਨਹੀਂ ਹੈ। ਸਿਰਫ ਤੇ ਸਿਰਫ ਇੱਕੋ ਹੀ ਮੀਨਿੰਗ ਹੈ ਉਹਨਾਂ ਦੇ ਲਈ ਕਿ ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਆਉਣਾ ਹੈ ਔਰ ਪੰਜਾਬ ਨੂੰ ਅੱਗੇ ਤਾਂ ਹੀ ਲਿਆਇਆ ਜਾ ਸਕਦਾ ਹੈ ਕਿ ਜੇਕਰ ਪੰਜਾਬ ਮਾਡਲ ਪੰਜਾਬ ਦੇ ਵਿੱਚ ਲਾਗੂ ਹੁੰਦਾ ਹੈ, ਜਿਹੜਾ ਕਿ ਉਹਨਾਂ ਨੇ ਬੜੇ ਲੰਮੇ ਸਮੇਂ ਤੋਂ ਮਿਹਨਤ ਦੇ ਨਾਲ ਤਿਆਰ ਕੀਤਾ ਹੈ। ਔਰ ਜੇਕਰ ਇਹ ਪੰਜਾਬ ਮਾਡਲ ਨਹੀਂ ਲਾਗੂ ਹੋਏਗਾ, ਉਹਨਾਂ ਨੂੰ ਲੱਗੂਗਾ ਕਿ ਇਹਦੇ ਵਿੱਚ ਦਿੱਕਤਾਂ ਆ ਰਹੀਆਂ ਨੇ, ਤਾਂ ਵੱਡਾ ਸਟੈਪ ਉਹ ਲੈ ਸਕਦੇ ਨੇ। ਗੁਰਪ੍ਰੀਤ ਜੀ, ਬਿਲਕੁਲ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੇ ਕਦਮ ਪੁੱਟੇ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪਾਰਟੀ ਦੇ ਅੰਦਰ। ਤੇ ਗੱਲ ਕਰਾਂਗੇ ਸਿਮਰਜੀਤ ਬੈਂਸ ਦੀ, ਤਾਂ ਕੜਵਲ ਤੇ ਸਿਮਰਜੀਤ ਬੈਂਸ ਦੇ ਸਮਰਥਕਾਂ ਵਿਚਾਲੇ ਜਿਹੜੀ ਝੜਪ ਹੋਈ ਸੀਗੀ, ਗੋਲੀਆਂ ਚੱਲੀਆਂ, ਗੱਡੀਆਂ ਭੱਜੀਆਂ, ਤੇ ਉਸੇ ਮਾਮਲੇ ਦੇ ਵਿੱਚ 307 ਦੇ ਮਾਮਲੇ ਦੇ ਵਿੱਚ ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ਹੋਈ ਸੀ ਤੇ ਇਹ ਵੀ ਖਬਰ ਆ ਰਹੀ ਹੈ ਹੁਣ ਕਿ ਉਹਨਾਂ ਦੀ ਰਿਹਾਈ ਹੋ ਚੁੱਕੀ ਹੈ। ਕਿਸ ਤਰ੍ਹਾਂ ਦੇਖਦੇ ਹੋ? ਗੁਰਪ੍ਰੀਤ ਜੀ, ਕੱਲ ਵੀ ਆਪਾਂ ਨੇ ਇਸ ਮਾਮਲੇ ਦੇ ਉੱਤੇ ਗੱਲ ਕੀਤੀ ਸੀਗੀ। ਆਪਾਂ ਇਹੀ ਗੱਲ ਕਹੀ ਸੀਗੀ ਕਿ ਇਸ ਵੇਲੇ ਜਦੋਂ ਚੋਣ ਪ੍ਰਚਾਰ ਸਿਖਰ ਤੇ ਹੈ ਔਰ ਲੋਕਤੰਤਰ ਨੂੰ ਕਾਲਾ ਕਰਨ ਦੀ ਕੋਸ਼ਿਸ਼ ਜਿਹੜੀ ਹੋ ਰਹੀ ਹੈ, ਲੋਕਤੰਤਰ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ ਵੱਖ-ਵੱਖ ਸਿਆਸੀ ਧਿਰਾਂ ਵੱਲੋਂ, ਇਹ ਇੱਕ ਬਹੁਤ ਮਾੜੀ ਘਟਨਾ ਹੈ। ਔਰ ਖਾਸ ਤੌਰ ਤੇ ਜੇਕਰ ਇਹ ਲੁਧਿਆਣੇ ਦੇ ਵਿੱਚ ਹੁੰਦੀ ਹੈ, ਪੰਜਾਬ ਦੇ ਵਿੱਚ ਹੁੰਦੀਆਂ ਨੇ ਇਦਾਂ ਦੀਆਂ ਘਟਨਾਵਾਂ, ਤਾਂ ਕੱਲ ਵੀ ਆਪਾਂ ਕਿਹਾ ਸੀਗਾ ਕਿ ਪੰਜਾਬ ਔਰ ਬਿਹਾਰ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਰਹਿਣਾ ਫਿਰ ਤਾਂ। ਸੋ ਇਸ ਕਰਕੇ ਪੰਜਾਬ ਦੇ ਲੋਕ ਜਿਹੜੇ ਨੇ ਸ਼ਾਂਤੀ ਪਸੰਦ ਨੇ, ਪੰਜਾਬ ਦੇ ਲੋਕ ਆਪਸੀ ਪਿਆਰ ਦੇ ਨਾਲ ਰਹਿਣਾ ਚਾਹੁੰਦੇ ਨੇ ਔਰ ਇਸ ਲੋਕਤੰਤਰ ਦੇ ਕੁੰਭ ਨੂੰ ਉਹ ਵਧੀਆ ਤਰੀਕੇ ਨਾਲ ਨਿਭਾਉਣਾ ਚਾਹੁੰਦੇ ਨੇ ਔਰ ਆਪਣੀਆਂ ਵੋਟਾਂ ਪਾਉਣੀਆਂ ਚਾਹੁੰਦੇ ਨੇ ਜਿੱਥੇ ਉਹਨਾਂ ਦਾ ਮਨ ਕਰਦਾ ਹੈ। ਲੋਕਤੰਤਰ ਦਾ ਮਤਲਬ ਇਹੀ ਹੈ ਕਿ ਜਿੱਥੇ ਉਹਨਾਂ ਦਾ ਜੀ ਕਰਦਾ ਹੈ ਉੱਥੇ ਉਹ ਵੋਟਾਂ ਪਾ ਸਕਦੇ ਨੇ।
ਪਰ ਜੇਕਰ ਧੱਕੇ ਦੇ ਨਾਲ ਜਿਹੜੀਆਂ ਸਿਆਸੀ ਪਾਰਟੀਆਂ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਤਾਂ ਲਾਜ਼ਮੀ ਤੌਰ ਤੇ ਇਹਦੇ ਉੱਤੇ ਚੋਣ ਕਮਿਸ਼ਨ ਨੂੰ ਐਕਸ਼ਨ ਲੈਣਾ ਚਾਹੀਦਾ ਹੈ, ਪੁਲਿਸ ਨੂੰ ਐਕਸ਼ਨ ਲੈਣਾ ਚਾਹੀਦਾ ਔਰ ਲਿਆ ਵੀ ਹੈ। ਔਰ ਇਸ ਕਰਕੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਵੱਖ-ਵੱਖ ਧਿਰਾਂ ਦੇ ਉੱਤੇ ਜਿਹੜੀਆਂ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਉਹਨਾਂ ਨੇ ਕੀਤੀ ਹੈ ਔਰ ਇਹਦੇ ਵਿੱਚ ਜੇਕਰ ਕੋਈ ਅਦਾਲਤ ਵੱਲੋਂ ਉਹਨਾਂ ਨੂੰ ਜਿਹੜੀ ਹੈਗੀ ਹੈ ਥੋੜੀ ਜੀ ਰਿਆਇਤ ਮਿਲੀ ਹੈ ਜਾਂ ਉਹਨਾਂ ਨੂੰ ਰਾਹਤ ਮਿਲੀ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ ਹੋ ਸਕਦਾ ਹੈ ਕਿ ਰਾਹਤ ਮਿਲ ਗਈ ਹੋਵੇ, ਪਰ ਇਹਦੀਆਂ ਕੋਈ ਵੱਡੀ ਅਥਾਰਟੀ ਦੇ ਵੱਲੋਂ ਕੋਈ ਇਦਾਂ ਦੀਆਂ ਗੱਲਾਂ ਨਹੀਂ ਸਾਹਮਣੇ ਆਈਆਂ ਕਿ ਸੱਚੀ ਮੁੱਚੀ ਉਹਨਾਂ ਨੂੰ ਕੋਈ ਰਾਹਤ ਮਿਲੀ ਹੈ, ਉਹ ਬਾਹਰ ਆਏ ਨੇ। ਪਰ ਜੇਕਰ ਕੋਈ ਕਾਨੂੰਨੀ ਕਾਰਵਾਈ ਦੇ ਮੁਤਾਬਕ ਜਿਹੜਾ ਹੈਗਾ ਇਹ ਕਾਰਵਾਈਆਂ ਹੁੰਦੀਆਂ ਨੇ ਤਾਂ ਚੰਗੀ ਗੱਲ ਹੈ, ਪਰ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਮਾਹੌਲ ਜਿਹੜਾ ਹੈਗਾ ਬਹੁਤ ਨਾਜ਼ੁਕ ਦੌਰ ਦੇ ਵਿੱਚੋਂ ਪੰਜਾਬ ਦਾ ਗੁਜ਼ਰ ਰਿਹਾ ਹੈ। ਲੁਧਿਆਣੇ ਦੇ ਵਿੱਚ ਪਹਿਲਾਂ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਬੰਬ ਧਮਾਕਾ ਹੋ ਚੁੱਕਿਆ ਹੈ ਔਰ ਲੁਧਿਆਣੇ ਦੇ ਲੋਕ ਇਸ ਵੇਲੇ ਡਰੇ ਹੋਏ ਮਹਿਸੂਸ ਕਰਦੇ ਨੇ, ਉਹਨਾਂ ਨੂੰ ਹੋਰ ਡਰਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਔਰ ਇਦਾਂ ਦਾ ਮਾਹੌਲ ਜਿਹੜਾ ਹੈਗਾ ਇੱਕ ਦੂਜੇ ਦੀਆਂ ਗੱਡੀਆਂ ਭੰਨਣੀਆਂ ਔਰ ਇੱਕ ਦੂਜੇ ਦੇ ਉੱਤੇ ਗੋਲੀਆਂ ਚਲਾਉਣ ਦੀਆਂ ਜਿਹੜੀਆਂ ਵਾਰਦਾਤਾਂ ਜਾਂ ਵੀਡੀਓ ਸਾਹਮਣੇ ਆ ਰਹੀਆਂ ਨੇ ਤਾਂ ਇੱਥੋਂ ਲੱਗਦਾ ਹੈ ਕਿ ਪੰਜਾਬ ਨੂੰ ਬਿਹਾਰ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਆ ਇਹ ਲੀਡਰ ਕਰ ਰਹੇ ਨੇ ਔਰ ਲੋਕ ਜਿਹੜੇ ਨੇ ਲੋਕ ਇਸ ਵੇਲੇ ਦੇਖ ਰਹੇ ਨੇ। ਲੋਕ ਮੈਨੂੰ ਲੱਗਦਾ ਹੈ ਕਿ ਜ਼ਰੂਰ ਇਹਨਾਂ ਲੀਡਰਾਂ ਨੂੰ, ਇਹਨਾਂ ਪਾਰਟੀਆਂ ਨੂੰ ਜਿਹੜੀਆਂ ਇਹ ਸਾਰੀਆਂ ਕਾਰਵਾਈਆਂ ਕਰ ਰਹੀਆਂ ਨੇ, ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ, ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਜ਼ਰੂਰ ਜਿਹੜੀਆਂ ਚੋਣਾਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਝਟਕਾ ਲੱਗ ਸਕਦਾ ਹੈ। ਗੁਰਪ੍ਰੀਤ ਜੀ ਜੀ ਬਿਲਕੁਲ, ਤੇ ਦੇਖਣ ਵਾਲੀ ਗੱਲ ਹੋਏਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ। ਤੇ ਨਾਲ ਹੀ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ, ਜਿੱਥੇ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਨੂੰ ਵੋਟਾਂ ਨਾ ਪਾਓ ਇਸ ਵਾਰ, ਤਾਂ ਉੱਥੇ ਹੀ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਭਗਵੰਤ ਮਾਨ ਨੇ ਉਹਨਾਂ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਹੈ ਕਿ ਜਿਹੜੀਆਂ ਪਾਰਟੀਆਂ ਨੇ ਦੂਜੀਆਂ ਰਵਾਇਤੀ ਪਾਰਟੀਆਂ ਰਲ ਕੇ ਇਹ ਖੇਡਣਾ ਚਾਹੁੰਦੀਆਂ ਨੇ ਦਾ ਕਿ ਆਮ ਆਦਮੀ ਪਾਰਟੀ ਨੂੰ ਇਸ ਵਾਰ ਹਰਾਇਆ ਜਾਵੇ। ਤਾਂ ਜਿੱਥੇ ਇੱਕ ਪਾਸੇ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸੀਗੀਆਂ ਕਿ ਸੀ ਵੋਟਰ ਦੀ ਗੱਲ ਕੀਤੀ ਜਾਵੇ, ਸਰਵਿਆਂ ਦੇ ਵਿੱਚ ਸਭ ਤੋਂ ਵੱਧ ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲਦੀਆਂ ਨਜ਼ਰ ਆਈਆਂ, ਜਿਸ ਤਰ੍ਹਾਂ 2017 'ਚ ਹੋਇਆ, ਤੇ ਇਸ ਵਾਰ ਵੀ ਸੀਟਾਂ ਵੱਧ ਮਿਲਦੀਆਂ ਨਜ਼ਰ ਆ ਰਹੀਆਂ ਨੇ। ਤੇ ਫਿਰ ਆਮ ਆਦਮੀ ਪਾਰਟੀ ਨੂੰ ਇਸ ਤਰ੍ਹਾਂ ਕਿਉਂ ਲੱਗ ਰਿਹਾ ਕਿ ਦੂਜੀਆਂ ਰਵਾਇਤੀ ਪਾਰਟੀਆਂ ਮਿਲ ਕੇ ਆਮ ਆਦਮੀ ਪਾਰਟੀ ਨੂੰ ਹਰਾਉਣਾ ਚਾਹੁੰਦੀਆਂ ਨੇ? ਗੁਰਪ੍ਰੀਤ ਜੀ, ਉਹ ਇਸ ਲਈ ਲੱਗ ਰਿਹਾ ਹੈ ਕਿਉਂਕਿ ਪਿਛਲੇ ਵਾਰੀ ਜਦੋਂ 17 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਬਾਕੀ ਜਿਹੜੀਆਂ ਰਵਾਇਤੀ ਪਾਰਟੀਆਂ ਸੀਗੀਆਂ, ਜਦੋਂ ਉਹਨਾਂ ਨੂੰ ਲੱਗਦਾ ਸੀਗਾ ਕਿ ਅਸੀਂ ਹਾਰ ਰਹੇ ਹਾਂ ਤਾਂ ਕਾਂਗਰਸ ਨੂੰ ਉਹਨਾਂ ਨੇ ਵੋਟਾਂ ਪਵਾਤੀਆਂ ਸੀ, ਯਾਨੀ ਕਿ ਰਵਾਇਤੀ ਪਾਰਟੀਆਂ ਇਕੱਠੀਆਂ ਹੋ ਗਈਆਂ ਸੀਗੀਆਂ ਐਨ ਆਖਰੀ ਮੌਕੇ ਦੇ ਉੱਤੇ। ਹੁਣ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਹੁਣ ਵੀ ਜਦੋਂ ਵੱਖ-ਵੱਖ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਰਵੇ ਆ ਰਹੇ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਦਿਖਾ ਰਹੇ ਨੇ ਤਾਂ ਲਾਜ਼ਮੀ ਤੌਰ ਤੇ ਇਹ ਸੰਭਾਵਨਾਵਾਂ ਵੀ ਪੈਦਾ ਹੋ ਰਹੀਆਂ ਨੇ ਨਾਲ-ਨਾਲ ਕਿ ਬਾਕੀ ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਜਿਹਦੇ ਵਿੱਚ ਅਕਾਲੀ ਦਲ ਹੈ, ਜਿਹਦੇ ਵਿੱਚ ਕਾਂਗਰਸ ਹੈ ਜਾਂ ਬੀਜੇਪੀ ਹੈ ਜਾਂ ਹੋਰ ਜਿਹੜੇ ਇਦਾਂ ਦੀਆਂ ਵੱਡੀਆਂ ਪਾਰਟੀਆਂ ਨੇ, ਰਵਾਇਤੀ ਪਾਰਟੀਆਂ ਜਿਨ੍ਹਾਂ ਨੇ ਹੁਣ ਤੱਕ ਸੱਤਾ ਹੰਢਾਈ ਹੈ ਔਰ ਉਹ ਇਕੱਠੀਆਂ ਵੀ ਹੋ ਸਕਦੀਆਂ ਨੇ ਅੰਦਰ ਖਾਤੇ, ਜਾਂ ਮੈਂ ਨਹੀਂ ਕਹਿੰਦਾ ਵੀ ਸਿੱਧੇ ਤੌਰ ਤੇ ਕੋਈ ਇਦਾਂ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ, ਪਰ ਅੰਦਰ ਖਾਤੇ ਜ਼ਰੂਰ ਇਦਾਂ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਨੇ ਕਿ ਇੱਕ ਦੂਜੇ ਦਾ ਕਾਡਰ ਜਿਹੜਾ ਹੈਗਾ ਉਹ ਇਹ ਕਹਿ ਦੇਵੇ ਕਿ ਭਾਈ ਅਸੀਂ ਤਾਂ ਜਿੱਤ ਨਹੀਂ ਰਹੇ, ਇੱਥੋਂ ਤੁਸੀਂ ਜਿੱਤ ਰਹੇ ਹੋ, ਅਸੀਂ ਤੁਹਾਨੂੰ ਵੋਟਾਂ ਪਾ ਦਿੰਦੇ ਹਾਂ, ਫਲਾਣੀ ਸੀਟ ਤੋਂ ਅਸੀਂ ਜਿੱਤ ਰਹੇ ਹਾਂ, ਤੁਸੀਂ ਸਾਨੂੰ ਵੋਟਾਂ ਪਾ ਦਿਓ। ਯਾਨੀ ਕਿ ਜਿਹੜਾ ਆਪਸੀ ਲੈਣ ਦੇਣ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੋਟਾਂ ਦਾ, ਉਹ ਹੋ ਸਕਦਾ ਹੈ। ਸੋ ਇਸ ਕਰਕੇ ਭਗਵੰਤ ਮਾਨ ਨੇ ਖਦਸ਼ਾ ਜ਼ਾਹਿਰ ਜ਼ਰੂਰ ਕੀਤਾ ਹੈ ਔਰ ਇਹ ਇਸ ਦੇ ਆਧਾਰ ਤੇ ਕੀਤਾ ਹੈ ਕਿਉਂਕਿ ਪਿਛਲੇ ਵਾਰੀ ਜਿਹੜੀਆਂ ਚੋਣਾਂ ਦੇ ਨਤੀਜੇ ਆਏ ਸੀਗੇ ਉਹ ਬਹੁਤ ਹੀ ਚੁਕਾਉਣ ਵਾਲੇ ਸੀਗੇ, ਬਹੁਤ ਹੀ ਇੱਕ ਵੱਖਰੀ ਕਿਸਮ ਦੇ ਆਏ ਸੀਗੇ। ਸੀ ਵੋਟਰ ਦਾ ਜਿਹੜਾ ਸੀਗਾ ਆਪਾਂ ਸਾਰੇ ਜਾਣਦੇ ਹਾਂ, ਰਿਜ਼ਲਟ ਕੁਝ ਹੋਰ ਕਹਿ ਰਿਹਾ ਸੀਗਾ ਔਰ ਅੰਕੜੇ ਕੁਝ ਹੋਰ ਕਹਿ ਰਹੇ ਸੀ, ਸਰਵੇ ਕੁਝ ਹੋਰ ਕਹਿ ਰਹੇ ਸੀਗੇ, ਰਿਜ਼ਲਟ ਕੁਝ ਹੋਰ ਕਹਿ ਰਿਹਾ ਸੀਗਾ। ਪਰ ਹੁਣ ਕੀ ਹੈ ਕਿ ਉਸ ਡਰ ਤੋਂ ਜਿਹੜਾ ਹੈਗਾ ਲੋਕਾਂ ਨੂੰ ਸੁਚੇਤ ਕਰਨ ਦੇ ਲਈ ਉਹ ਜ਼ਰੂਰ ਇਹ ਇਦਾਂ ਦੇ ਬਿਆਨ ਦੇ ਰਹੇ ਨੇ ਕਿ ਭਾਈ ਸੁਚੇਤ ਹੋ ਕੇ ਰਹਿਣਾ ਔਰ ਰਵਾਇਤੀ ਪਾਰਟੀਆਂ ਜਿਹੜੀਆਂ ਕਿ ਤੁਸੀਂ ਹੁਣ ਤੱਕ ਦੇਖ ਚੁੱਕੇ ਹੋ ਔਰ ਰਲ ਮਿਲ ਕੇ ਆਪਸੀ ਜਿਹੜੀ ਹੈਗੀ ਹੈ ਆਪਸੀ ਅੰਦਰ ਖਾਤੇ ਜਿਹੜਾ ਹੈਗਾ ਸਮਝੌਤਾ ਕਰਦੀਆਂ ਰਹੀਆਂ ਨੇ ਔਰ ਆਮ ਆਦਮੀ ਪਾਰਟੀ ਨੂੰ ਹਰਾਉਂਦੀਆਂ ਰਹੀਆਂ ਨੇ। ਇਸ ਕਰਕੇ ਇਸ ਵਾਰੀ ਤੁਹਾਨੂੰ ਸੁਚੇਤ ਹੋਣ ਦੀ ਲੋੜ ਹੈ ਔਰ ਇਸ ਕਰਕੇ ਉਹ ਜਿਹੜਾ ਹੈਗਾ ਭਗਵੰਤ ਮਾਨ ਜੀ ਖਦਸ਼ਾ ਜਿਹੜਾ ਹੈਗਾ ਜ਼ਾਹਿਰ ਕਰ ਰਹੇ ਨੇ। ਗੁਰਪ੍ਰੀਤ ਜੀ ਜੀ ਬਿਲਕੁਲ, ਤੇ ਗੱਲ ਕਰਾਂਗੇ 2017 ਦੇ ਵਿੱਚ ਜਦੋਂ ਬੇਅਦਬੀ ਦਾ ਮਾਮਲਾ ਕਾਫੀ ਭਖਦਾ ਨਜ਼ਰ ਆਇਆ ਤੇ ਇਸੇ ਮੁੱਦੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ, ਮੁੱਖ ਮੰਤਰੀ ਬਣੇ ਉਹ, ਤਾਂ
ਉਸ ਤੋਂ ਬਾਅਦ ਜਿਹੜਾ ਇਸੇ ਮਾਮਲੇ ਨੂੰ ਲੈ ਕੇ ਮੋਰਚਾ ਲੱਗਿਆ ਸੀਗਾ ਬਰਗਾੜੀ ਦੇ ਵਿੱਚ, ਤਾਂ ਉਹਦੇ ਵਿੱਚ ਜਿਹੜੇ 2 ਮੰਤਰੀ ਪੰਜਾਬ ਸਰਕਾਰ ਦੇ ਤੇ 3 ਵਿਧਾਇਕ ਗਏ ਸੀਗੇ ਕਿ ਅਸੀਂ ਇਹ ਮਾਮਲਾ ਹੱਲ ਕਰਵਾਵਾਂਗੇ। ਤਾਂ ਉਸੇ ਮਾਮਲੇ ਦੇ ਵਿੱਚ ਹੁਣ ਮੁਤਵਾਜ਼ੀ ਜਥੇਦਾਰ ਦੇ ਵੱਲੋਂ ਜਿਹੜਾ ਵੱਡਾ ਝਟਕਾ ਦਿੱਤਾ ਗਿਆ 2 ਮੰਤਰੀਆਂ ਨੂੰ, ਤ੍ਰਿਪਤ ਬਾਜਵਾ ਦੀ ਗੱਲ ਕੀਤੀ ਜਾਵੇ, ਸੁਖਿੰਦਰ ਰੰਧਾਵਾ ਦੀ, ਤੇ 3 ਵਿਧਾਇਕਾਂ ਨੂੰ। ਤਾਂ ਕਿਵੇਂ ਦੇਖਦੇ ਹੋ, ਤਨਖਾਹੀਏ ਕਰਾਰ ਲਗਾ ਦਿੱਤਾ ਗਿਆ, ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਹੈ ਇਹਨਾਂ 3 ਵਿਧਾਇਕਾਂ ਤੇ 2 ਮੰਤਰੀਆਂ ਨੂੰ? ਜੀ ਦੇਖੋ, ਜਿਹੜਾ ਆਪਾਂ ਸਾਰੇ ਜਾਣਦੇ ਹਾਂ ਕਿ ਬਰਗਾੜੀ ਕਾਂਡ ਇੱਕ ਐਸਾ ਮਸਲਾ ਸੀਗਾ 17 ਦੇ ਵਿੱਚ ਜਿਹੜਾ ਕਿ ਬਹੁਤ ਭਖਿਆ ਸੀ ਉਸ ਵੇਲੇ, ਔਰ ਉਸ ਤੋਂ ਬਾਅਦ ਗੋਲੀ ਕਾਂਡ ਵਾਪਰੇ, ਔਰ ਉਦੋਂ ਵੀ ਸਿੱਖਾਂ ਨੂੰ ਬਹੁਤਾ ਜਿਹੜਾ ਹੈਗਾ ਇਨਸਾਫ ਮਿਲਣ ਦੀਆਂ ਸੰਭਾਵਨਾਵਾਂ ਨਜ਼ਰ ਨਹੀਂ ਸੀ ਆਈਆਂ, ਔਰ ਹੁਣ ਵੀ ਨਹੀਂ ਨਜ਼ਰ ਆਈਆਂ। ਔਰ ਇਸ ਕਰਕੇ ਮੁਤਵਾਜ਼ੀ ਜਥੇਦਾਰ ਸਾਹਿਬ ਵੱਲੋਂ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਗਈ ਕਿ ਭਾਈ ਜਿਹੜੇ ਵੀ ਲੋਕ ਇਹਦੇ ਲਈ ਕਸੂਰਵਾਰ ਨੇ, ਯਾਨੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਪਣਾ ਜਥਾ ਭੇਜਿਆ ਸੀ 5 ਬੰਦਿਆਂ ਦਾ, ਔਰ ਉਹਨਾਂ ਦੇ ਵਿੱਚ ਇਹ ਸਾਰੇ ਲੋਕ ਸ਼ਾਮਲ ਸੀਗੇ ਜਿਨ੍ਹਾਂ ਨੂੰ ਤਨਖਾਹ ਲਾਈ ਗਈ ਹੈ, ਜਿਨ੍ਹਾਂ ਨੂੰ ਇਹ ਜਿਹੜਾ ਹੈਗਾ ਇੱਕ ਕਿਹਾ ਗਿਆ ਕਿ ਭਾਈ ਤੁਹਾਨੂੰ ਜਿਹੜਾ ਹੈਗਾ ਅਸੀਂ ਜਿਹੜੀ ਹੈਗੀ ਆ ਅਗਲੀਆਂ ਤਨਖਾਹਾਂ ਲਾ ਸਕਦੇ ਹਾਂ। ਸੋ ਜੇਕਰ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਇਹਦੇ ਨਾਲ ਇਹਨਾਂ ਨੇ ਜਿਹੜਾ ਵੀ ਆਪਣੇ ਵਾਅਦਾ ਖਿਲਾਫੀ ਕੀਤੀ ਹੈ, ਵਾਅਦੇ ਤੋੜੇ ਨੇ, ਵਾਅਦੇ ਨਹੀਂ ਨਿਭਾਏ। ਔਰ ਸਾਰੇ ਜਾਣਦੇ ਹਾਂ ਆਪਾਂ ਕਿ ਉਸ ਵੇਲੇ ਜਿਹੜਾ ਧਰਨਾ ਸੀਗਾ ਉਹ ਧਰਨਾ ਚੁਕਵਾਇਆ ਗਿਆ ਸੀਗਾ ਇਸ ਬਿਨਾਹ ਦੇ ਉੱਤੇ ਕਿ ਕੈਪਟਨ ਸਾਹਿਬ ਨੇ ਕਿਹਾ ਹੈ ਕਿ ਅਸੀਂ ਜਿਹੜਾ ਹੈਗਾ ਇਹ ਮਸਲਾ ਹੱਲ ਕਰਾਂਗੇ। ਬਰਗਾੜੀ ਕਾਂਡ ਦਾ ਮਸਲਾ, ਚਾਹੇ ਬਾਕੀ ਬਾਅਦ ਦੇ ਵਿੱਚ ਗੋਲੀ ਕਾਂਡਾਂ ਦਾ ਮਸਲਾ ਜਿਹੜਾ ਹੈਗਾ, ਉਹਨਾਂ ਨੇ ਕਿਹਾ ਸੀ ਉਸ ਵੇਲੇ ਕਿ ਅਸੀਂ ਅਗਲੇ ਦਿਨਾਂ ਦੇ ਵਿੱਚ ਇਹਨੂੰ ਰੱਦ ਕਰ ਦਿਆਂਗੇ, ਸਾਰੀਆਂ ਚੀਜ਼ਾਂ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦੇਵਾਂਗੇ ਤੁਹਾਨੂੰ। ਸੋ ਕਹਿਣ ਦਾ ਮਤਲਬ ਹੈ ਕਿ ਪਰ ਇਹ ਸਾਰੀਆਂ ਚੀਜ਼ਾਂ ਹਕੀਕੀ ਤੌਰ ਤੇ ਨਹੀਂ ਸੀ ਹੋ ਸਕੀਆਂ, ਔਰ ਜਿਹਦੇ ਕਰਕੇ ਸਿੱਖ ਸੰਗਤ ਦੇ ਵਿੱਚ ਗੁੱਸਾ ਸੀਗਾ, ਔਰ ਮੁਤਵਾਜ਼ੀ ਜਥੇਦਾਰ ਹੋਰਾਂ ਨੇ ਉਹਨਾਂ ਨੂੰ ਬਾਰ-ਬਾਰ ਬੁਲਾਇਆ ਵੀ, ਪਰ ਬੁਲਾਉਣ ਦੇ ਬਾਵਜੂਦ ਉਹ ਮਸਲਾ ਜਿਹੜਾ ਹੈਗਾ ਹੱਲ ਨਹੀਂ ਹੋ ਸਕਿਆ। ਔਰ ਇਸ ਕਰਕੇ ਜਿਹੜਾ ਹੁਣ ਵੱਡਾ ਬਿਆਨ ਉਹਨਾਂ ਦਾ ਸਾਹਮਣੇ ਆਇਆ ਹੈ, ਔਰ ਇਸ ਬਿਆਨ ਦੇ ਆਉਣ ਦੇ ਨਾਲ ਮੈਨੂੰ ਲੱਗਦਾ ਹੈ ਕਿ ਖਾਸ ਤੌਰ ਤੇ ਜਿਹੜਾ ਮਾਝਾ ਏਰੀਆ ਹੈ, ਜਿਹੜਾ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਿੱਖੀ ਦੇ ਨਾਲ ਬਹੁਤ ਨੇੜਿਓਂ ਜੁੜਿਆ ਹੋਇਆ ਏਰੀਆ ਹੈ, ਔਰ ਜੇਕਰ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਇਹ ਕਾਂਗਰਸ ਨੂੰ ਜਾਂ ਇਹ ਜਿਹੜੇ ਪੰਜੇ ਲੀਡਰ ਨੇ ਇਹਨਾਂ ਨੂੰ ਕਾਫੀ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਗੁਰਪ੍ਰੀਤ ਜੀ, ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਜਿਹੜੀ ਕਾਂਗਰਸ ਸਰਕਾਰ ਹੈ ਇਸ ਮਾਮਲੇ ਨੂੰ ਹੱਲ ਕਰਨ ਦੇ ਵਿੱਚ ਨਾਕਾਮ ਰਹੀ ਹੈ, ਤੇ ਜੋ ਫੈਸਲਾ ਹੁਣ ਮੁਤਵਾਜ਼ੀ ਜਥੇਦਾਰ ਵੱਲੋਂ ਸੁਣਾਇਆ ਗਿਆ। ਤੇ ਗੱਲ ਕਰਾਂਗੇ SSM ਦੀ, ਤਾਂ ਜਿਨ੍ਹਾਂ ਦੇ ਵੱਲੋਂ ਇੱਕ ਇਕਰਾਰਨਾਮਾ ਦਿੱਤਾ ਗਿਆ ਪੰਜਾਬ ਦੇ ਲੋਕਾਂ ਨੂੰ, ਜਿਹੜੇ ਵਾਅਦੇ ਨੇ ਉਹਦੇ ਵਿੱਚ ਕੀਤੇ ਗਏ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ SSM ਦੀ ਸਰਕਾਰ ਬਣਦੀ ਹੈ ਤੇ ਇਹ ਕੰਮ ਕੀਤੇ ਜਾਣਗੇ। ਤਾਂ ਕਿਵੇਂ ਦੇਖਦੇ ਹੋ ਇਹਦੇ ਇਕਰਾਰਨਾਮੇ ਨੂੰ SSM ਦੇ, ਤੇ ਦੂਜੇ ਪਾਸੇ ਸਥਿਤੀ ਹੈ ਜਿਹੜੀ ਸੰਯੁਕਤ ਸਮਾਜ ਮੋਰਚੇ ਦੀ ਪੰਜਾਬ ਦੇ ਵਿੱਚ ਇਹਨਾਂ ਚੋਣਾਂ ਨੂੰ ਲੈ ਕੇ, ਉਹਨੂੰ ਕਿਵੇਂ ਦੇਖਦੇ ਹੋ? ਇਹ ਦੇਖੋ, ਜਿੱਥੋਂ ਤੱਕ ਸੰਯੁਕਤ ਸਮਾਜ ਮੋਰਚੇ ਦੀ ਗੱਲ ਹੈ, ਆਪਾਂ ਸਾਰੇ ਜਾਣਦੇ ਹਾਂ ਕਿ ਇਹ ਕਾਫੀ ਲੇਟ ਹੋ ਗਏ ਨੇ। ਜਦੋਂ ਅਸੀਂ ਲੜਾਈ ਦੇ ਵਿੱਚ ਐਂਟਰ ਕਰਨਾ ਹੁੰਦਾ ਹੈ ਤਾਂ ਸਮੇਂ ਸਿਰ ਕਰਨਾ ਹੁੰਦਾ ਹੈ, ਪਰ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਜਿਹੜਾ ਚੋਣਾਂ ਦਾ ਦੰਗਲ ਕਾਫੀ ਦੇਰ ਪਹਿਲਾਂ ਭਖ ਚੁੱਕਿਆ ਸੀਗਾ, ਔਰ ਵੱਖ-ਵੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਸੀਗੇ, ਪਰ ਜਿਹੜਾ ਸੰਯੁਕਤ ਸਮਾਜ ਮੋਰਚਾ ਹੈ ਬਹੁਤ ਲੇਟ ਐਂਟਰ ਹੋਇਆ ਹੈ। ਔਰ ਮੈਂ ਨਹੀਂ ਕਹਿੰਦਾ ਕਿ ਚੰਗੀ ਗੱਲ ਹੈ ਕਿ ਲੇਟ ਐਂਟਰ ਹੋਣ ਦੇ ਬਾਵਜੂਦ ਆਪਾਂ ਕਹਿ ਸਕਦੇ ਹਾਂ ਕਿ ਦੇਰ ਆਏ ਦੁਰਸਤ ਆਏ, ਪਰ ਜਿੱਥੋਂ ਤੱਕ ਜਿੱਤਣ ਦਾ ਸਵਾਲ ਹੈ, ਕੋਈ ਜਿੱਤਣ ਦੀਆਂ ਬਹੁਤੀਆਂ ਸੰਭਾਵਨਾਵਾਂ ਇਸ ਵੇਲੇ ਨਜ਼ਰ ਨਹੀਂ ਆ ਰਹੀਆਂ। ਪਰ ਕਿਉਂਕਿ ਆਪਣੀ ਹੋਂਦ ਜ਼ਰੂਰ ਜਤਾ ਰਹੇ ਹੈ ਸੰਯੁਕਤ ਸਮਾਜ ਮੋਰਚਾ, ਔਰ ਇਹਨਾਂ ਨੇ ਕਿਸਾਨਾਂ ਦੇ ਨਾਲ ਖਾਸ ਤੌਰ ਤੇ ਜਾਂ ਪੰਜਾਬੀਆਂ ਦੇ ਨਾਲ ਇਕਰਾਰਨਾਮਾ ਕੀਤਾ ਹੈ, ਉਹਨਾਂ ਦੀ ਆਮਦਨ ਵਧਾਉਣ ਦੀ ਗੱਲ ਕੀਤੀ ਹੈ, ਔਰ MSP ਲਈ ਲੜਨ ਦੀ ਗੱਲ ਕੀਤੀ ਹੈ, ਜਾਂ ਹੋਰ ਜਿਹੜੀਆਂ ਕਿਸਾਨੀ ਨੂੰ ਲੈ ਕੇ ਜਿਹੜੀਆਂ ਵੱਡੇ ਇਕਰਾਰਨਾਮੇ ਨੇ ਉਹਨਾਂ ਦੇ ਨਾਲ ਕੀਤੇ ਨੇ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਕਿਸਮ ਦੀ ਆਪਣੀ ਹੋਂਦ ਨੂੰ ਜਤਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਗਈ ਹੈ, ਪਰ ਜਿੱਥੋਂ ਤੱਕ ਜਿੱਤਣ ਦਾ ਸਵਾਲ ਹੈ ਉਹ ਕੋਈ ਸੰਭਾਵਨਾਵਾਂ ਇਸ ਵੇਲੇ ਨਜ਼ਰ ਨਹੀਂ ਆ ਰਹੀਆਂ। ਗੁਰਪ੍ਰੀਤ ਜੀ, ਤੁਹਾਡਾ ਡਾਕਟਰ ਸਾਹਿਬ, ਤੁਸੀਂ ਕੀਮਤੀ ਸਮਾਂ ਦਿੱਤਾ ਇਸ ਪ੍ਰੋਗਰਾਮ ਦੇ ਵਿੱਚ, ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਹ ਸਨ ਸਾਡੇ ਨਾਲ ਡਾਕਟਰ ਭੀਮਿੰਦਰ ਸਿੰਘ, ਜਿਨ੍ਹਾਂ ਨੇ ਹੁਣ ਤੱਕ ਦੀਆਂ ਵੱਡੀਆਂ ਤੇ ਸਿਆਸੀ ਖਬਰਾਂ ਨੂੰ ਲੈ ਕੇ ਸਪਸ਼ਟ ਕੀਤਾ ਹੈ ਕਿ ਕੁਝ ਪੰਜਾਬ ਦੀ ਸਿਆਸਤ ਵਿੱਚ ਚੱਲ ਰਿਹਾ ਹੈ, ਕਿ ਕੁਝ ਸਿਆਸੀ ਪਾਰਟੀਆਂ ਦੇ ਅੰਦਰ ਅੰਦਰੂਨੀ ਹਾਲਾਤ ਨਜ਼ਰ ਆ ਰਹੇ ਨੇ, ਤੇ ਕਿਹੜੇ ਹਾਲਾਤ ਨੇ ਆਉਣ ਵਾਲੇ ਦਿਨਾਂ ਦੇ ਵਿੱਚ
ਬਾਹਰ ਆ ਸਕਦੇ ਨੇ ਸਿਆਸੀ ਪਾਰਟੀਆਂ ਤੋਂ, ਤੇ ਖਾਸ ਤੌਰ ਤੇ ਕਾਂਗਰਸ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਨਜ਼ਰ ਆ ਰਹੀ ਹੈ, ਕਿਉਂਕਿ ਸੀਐਮ ਚਰਨਜੀਤ ਚੰਨੀ ਨੂੰ ਸੀਐਮ ਦਾ ਚਿਹਰਾ ਲਾਣ ਦਿੱਤਾ ਗਿਆ ਤੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਿਹੜੇ ਕਦਮ ਪੁੱਟੇ ਜਾ ਸਕਦੇ ਨੇ, ਕੀ ਸੰਭਾਵਨਾਵਾਂ ਨੇ, तमाम ਵਿਸ਼ੇ ਨੂੰ ਲੈ ਕੇ ਸਪਸ਼ਟ ਕੀਤਾ। ਤੇ ਉਧਰ ਹੀ ਸੰਯੁਕਤ ਸਮਾਜ ਮੋਰਚਾ ਜਿਹੜਾ ਉਸ ਦੇ ਵੱਲੋਂ ਕਿਸ ਤਰ੍ਹਾਂ ਦੀ ਸਥਿਤੀ ਨਜ਼ਰ ਆ ਰਹੀ ਹੈ ਇਹਨਾਂ ਚੋਣਾਂ ਤੋਂ ਪਹਿਲਾਂ, ਤਾਂ ਉਸ ਬਾਰੇ ਵੀ ਆਪਣੇ ਵਿਚਾਰ ਰੱਖੇ ਨੇ। ਤੇ ਲਗਾਤਾਰ ਜੁੜੇ ਰਹੋ ਰੋਜ਼ਾਨਾ ਲੋਕਨਾਲ ਟੀਵੀ ਦੇ ਨਾਲ। ਦਿਓ ਇਜਾਜ਼ਤ, ਧੰਨਵਾਦ। ਬਿਲਕੁਲ ਸੱਚ, ਜੋਤਿਸ਼ਿਕ ਵਿਦਿਆ ਇੱਕ ਐਸਟ੍ਰੋਲੋਜਰ ਰੋਹਿਤ ਜੋਸ਼ੀ ਦਾ ਸਾਰੀ ਦੁਨੀਆ ਨੂੰ ਖੁੱਲਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਮਨਚਾਹਾ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਗਾਉਣਾ ਚਾਹੁੰਦੇ ਲਾਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ, ਘਰ ਬੈਠੇ ਬਿਠਾ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ। ਫੀਸ ਕਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੋ ਕਰਦੇ ਨੇ ਫ੍ਰੀ ਸੇਵਾ, ਫ੍ਰੀ ਸਮਾਧਾਨ। 99 968 26 004।